ਨਮਸਕਾਰ ਦੋਸਤੋ। ਅੱਜ ਦੀ ਕਹਾਣੀ ਹੈ ਲਾਲਚੀ ਭੂਆ। ਰੀਤ ਦੇ ਪਾਪਾ ਜ਼ਿਆਦਾ ਸ਼ਰਾਬ ਪੀਣ ਕਰਕੇ ਬਹੁਤ ਬਿਮਾਰ ਹੋ ਗਏ। ਡਾਕਟਰਾਂ ਮੁਤਾਬਿਕ ਉਹ ਬਿਲਕੁਲ ਸ਼ਰਾਬ ਛੱਡਣ ਉਪਰੰਤ ਵੀ ਕੁਝ ਮਹੀਨਿਆਂ ਦੇ ਲਈ ਹੀ ਜੀਵਤ ਰਹਿ ਸਕਦੇ, ਕਿਉਂਕਿ ਉਹਨਾਂ ਦੇ ਸਰੀਰ ਦੇ ਅੰਗ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਰਹੇ। ਸਭ ਨੇ ਕਿਹਾ ਕਿ ਉਸਦੇ ਹੁੰਦੇ, ਕਿਉਂਕਿ ਪਿੱਛੇ ਹਜੇ ਰੀਤ ਦਾ ਭਰਾ ਅਜੇ ਬਹੁਤ ਛੋਟਾ ਸੀ। ਮੌਕਾ ਦੇਖ ਰੀਤ ਦੀ ਭੂਆ ਰਿਸ਼ਤਾ ਲੈ ਆਉਂਦੀ। ਰੀਤ ਦੀ ਮਾਂ ਮੌਕੇ ਦੀ ਨਜ਼ਾਕਤ ਸਮਝਦੇ ਭੂਆ ਦੀਆਂ ਗੱਲਾਂ ਵਿੱਚ ਆ ਜਾਂਦੀ। ਰੀਤ ਦੀ ਮਾਂ ਨੂੰ ਲੱਗਦਾ ਸੀ ਕਿ ਧੀ ਦੇ ਵਿਆਹੇ ਜਾਣ ਉੱਪਰ ਉਸਦੀ ਕੁਝ ਜ਼ਿੰਮੇਵਾਰੀ ਪਤੀ ਦੇ ਹੁੰਦਿਆਂ ਹੀ ਨਜਿੱਠੀ ਜਾਵੇਗੀ। ਰੀਤ ਦੀ ਭੂਆ ਨੇ ਆਪਣੀ ਭਾਬੀ ਜਾਣ ਕੇ ਰੀਤ ਦੀ ਮਾਂ ਕੋਲ ਮੁੰਡੇ ਵਾਲਿਆਂ ਦੀਆਂ ਸਿਫਤਾਂ ਦੇ ਪੁੱਲ ਬੰਨ੍ਹ ਦਿੱਤੇ ਕਿ ਉਹ ਆਪਣੀ ਧੀ ਨੂੰ 2 ਕੱਪੜਿਆਂ ਵਿੱਚ ਲਿਜਾਣ ਲਈ ਤਿਆਰ ਹਨ। ਰੀਤ ਦੀ ਮਾਂ ਸ਼ਗਨ ਦਾ ਸਾਮਾਨ ਆਪਣੀ ਨਨਾਣ ਹੱਥ ਭੇਜ ਦਿੰਦੀ। ਹਫ਼ਤੇ ਬਾਅਦ ਵਿਆਹ ਦੀ ਤਾਰੀਖ ਪੱਕੀ ਹੋ ਜਾਂਦੀ। ਉਸ ਸਮੇਂ ਹੁਣ ਵਾਂਗ ਸ਼ਗਨ ਨਹੀਂ ਪਾਉਂਦੇ ਸੀ, ਬਸ ਵਿਚੋਲੇ ਹੱਥ ਹੀ ਸਭ ਕੁਝ ਭੇਜਿਆ ਜਾਂਦਾ ਸੀ। ਰਿਸ਼ਤੇ ਲਈ ਪੁੱਛਗਿੱਛ ਕਰਨ ਵਾਲਾ ਕੋਈ ਨਹੀਂ ਸੀ, ਜਿਸ ਕਰਕੇ ਰੀਤ ਦੇ ਪਰਿਵਾਰ ਨੂੰ ਭੂਆ ਉੱਤੇ ਵਿਸ਼ਵਾਸ ਕਰਨਾ ਪਿਆ, ਕਿਉਂਕਿ ਰੀਤ ਦੇ ਬਾਪ ਹੁਣੀ ਵੀ ਭੈਣ ਭਰਾ ਹੀ ਸੀ। ਰੀਤ ਦੀ ਮਾਂ ਦੇ ਭਰਾ ਨਹੀਂ ਸੀ ਕੋਈ। ਇੱਕ ਭੈਣ ਸੀ ਜਿਸ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਇੱਕ ਐਕਸੀਡੈਂਟ ਵਿੱਚ ਖਤਮ ਹੋ ਗਿਆ ਸੀ। ਦਿਨ ਨੇੜੇ ਹੋਣ ਕਰਕੇ ਸਭ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਏ। ਰੀਤ ਡਰੀ ਸਹਿਮੀ ਤਿਆਰ ਹੋਈ ਬੈਠੀ ਸੀ। ਬਰਾਤ ਸਮੇਂ ਸਿਰ ਆ ਗਈ। ਭੂਆ ਨੇ ਜਲਦੀ ਸਭ ਰਸਮਾਂ ਕਰਵਾ ਦਿੱਤੀਆਂ ਤੇ ਦਿਨੇ ਹੀ ਡੋਲੀ ਵਿਦਾ ਕਰਵਾ ਦਿੱਤੀ। ਸਹੁਰੇ ਘਰ ਪਹੁੰਚ ਕੁਝ ਰਸਮਾਂ ਹੋਈਆਂ, ਫਿਰ ਥੱਕੀ ਹੋਣ ਕਰਕੇ ਰੀਤ ਝੱਟ ਸੌਂ ਗਈ। ਫਿਰ ਦੋਨੋਂ ਪਰਿਵਾਰ ਇੱਕ ਦੂਜੇ ਘਰ ਗਏ ਮਿਲਣੀ ਕਰਨ। ਰੀਤ ਕੁਝ ਦਿਨ ਪੇਕੇ ਰਹਿਣ ਆਈ। ਰੀਤ ਹੈਰਾਨ ਸੀ ਕਿ ਉਹ ਇੱਕ ਹਫ਼ਤਾ ਸਹੁਰੇ ਘਰ ਲਗਾ ਕੇ ਆਈ, ਪਰ ਉਸਨੇ ਇੱਕ ਹਫ਼ਤੇ ਵਿੱਚ ਆਪਣੇ ਪਤੀ ਨੂੰ ਇੱਕ ਵਾਰ ਵੀ ਘਰ ਵਿੱਚ ਨਹੀਂ ਦੇਖਿਆ ਸੀ। ਰੀਤ ਜਦ ਵਾਪਸ ਸਹੁਰੇ ਘਰ ਗਈ ਤਾਂ ਰੀਤ ਹੱਥ ਚੌਂਕੇ ਚੁੱਲ੍ਹੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ। ਰੀਤ ਆਪਣਾ ਕੰਮ ਖਤਮ ਕਰ ਜਦ ਰਾਤ ਨੂੰ ਕਮਰੇ ਵਿੱਚ ਜਾਂਦੀ ਤਾਂ ਉਸਦਾ ਪਤੀ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਹੁੰਦਾ। ਰੀਤ ਵੀ ਸੌਂ ਜਾਂਦੀ ਸੀ। ਹੁਣ ਅਜਿਹਾ ਹਰ ਰੋਜ਼ ਹੀ ਹੁੰਦਾ। ਰੀਤ ਨੂੰ ਸਭ ਕੁਝ ਅਜੀਬ ਲੱਗਦਾ। ਰੀਤ ਦਾ ਪਤੀ ਸਾਰਾ ਦਿਨ ਕਮਰੇ ਵਿੱਚ ਪਿਆ ਰਹਿੰਦਾ, ਆਪਣੀ ਮਾਂ ਤੋਂ ਬਿਨਾਂ ਕਿਸੇ ਨਾਲ ਗੱਲ ਨਾ ਕਰਦਾ। ਜੇ ਰੀਤ ਆਪਣੀ ਸੱਸ ਤੋਂ ਏਦਾਂ ਕਰਨ ਨਾ ਕਾਰਨ ਪੁੱਛਦੀ ਤਾਂ ਉਹ ਜਵਾਬ ਦਿੰਦੀ, ਸਮੇਂ ਨਾਲ ਸਭ ਠੀਕ ਹੋ ਜੂ। ਇਹ ਕੁੜੀਆਂ ਤੋਂ ਕੁਝ ਜ਼ਿਆਦਾ ਹੀ ਸ਼ਰਮ ਮਨਾਉਂਦਾ ਤਾਂ ਤੇਰੇ ਤੋਂ ਦੂਰ ਰਹਿੰਦਾ। ਜਦ ਤੈਨੂੰ ਜਾਣ ਪਹਿਚਾਨ ਜਾਊਗਾ ਤਾਂ ਤੇਰੇ ਨਾਲ ਵੀ ਘੁਲ ਮਿਲ ਜਾਵੇਗਾ। ਰੀਤ ਦੇ ਪਿਤਾ ਦੀ ਮੌਤ ਹੋ ਜਾਂਦੀ। ਰੀਤ ਭੋਗ ਤੱਕ ਆਪਣੇ ਪੇਕੇ ਘਰ ਹੀ ਰਹਿੰਦੀ। ਉਹ ਅਜਿਹੀ ਸਥਿਤੀ ਵਿੱਚ ਮਾਂ ਨੂੰ ਕੁਝ ਵੀ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਭੋਗ ਮਗਰੋਂ ਰੀਤ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ਹੈ। ਹੁਣ ਰੀਤ ਨੂੰ ਮਹੀਨਾ ਕੁ ਹੋ ਗਿਆ ਸੀ ਆਪਣੇ ਸਹੁਰੇ ਘਰ ਰਹਿੰਦਿਆਂ। ਇਸ ਘਰ ਦੇ ਭੇਦ ਪਰਤ, ਦਰਦ ਪਰਤ ਕਰ ਰੀਤ ਅੱਗੇ ਉਜਾਗਰ ਹੁੰਦੇ ਜਾ ਰਹੇ ਸੀ। ਪਰ ਰੀਤ ਮਜਬੂਰ ਸੀ, ਕਿਉਂਕਿ ਰੀਤ ਜਾਣਦੀ ਸੀ ਕਿ ਮਾਂ ਨੂੰ ਕੁਝ ਵੀ ਦੱਸਿਆ ਤਾਂ ਉਹ ਸਹਿਣ ਨਹੀਂ ਕਰ ਸਕੇਗੀ। ਰੀਤ ਚੁੱਪ ਰਹਿ ਕੇ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਉੱਪਰ ਲਿਆਉਣਾ ਚਾਹੁੰਦੀ ਸੀ। ਰੀਤ ਦਾ ਪਤੀ ਮੰਦਬੁੱਧੀ ਸੀ, ਜੋ ਖੁਦ ਦਾ ਭਲਾ ਬੁਰਾ ਨਹੀਂ ਵਿਚਾਰ ਕਰਦਾ ਸੀ। ਜਦ ਰੀਤ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਸੱਸ ਨੂੰ ਸਵਾਲ ਕਰਦੀ ਕਿ ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ। ਦੋਹਾਂ ਵਿੱਚ ਕਾਫੀ ਬਹਿਸ ਹੁੰਦੀ। ਸੱਸ ਗੁੱਸੇ ਵਿੱਚ ਰੀਤ ਨੂੰ ਕਹਿੰਦੀ ਕਿ ਅਸੀਂ ਤਾਂ ਸਭ ਸੱਚ ਦੱਸਿਆ ਸੀ ਤੇਰੀ ਭੂਆ ਨੂੰ, ਤੇ ਤੈਨੂੰ ਕਿਉਂ ਨਹੀਂ ਦੱਸਿਆ। ਇਹ ਸਾਨੂੰ ਨਹੀਂ ਪਤਾ। ਤੇਰੀ ਭੂਆ ਨੇ ਰਿਸ਼ਤਾ ਕਰਵਾਉਣ ਲਈ ਸੋਨੇ ਦੇ ਕੰਗਣ ਤੋਂ ਛੁੱਟ 20,000 ਰੁਪਇਆ ਵੀ ਲਿਆ ਸੀ। ਇਹ ਗੱਲਾਂ ਸੁਣ ਰੀਤ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਰੀਤ ਦਾ ਦਿਲ ਕਰੇ ਕਿ ਮਾਂ ਨੂੰ ਦੱਸਾਂ ਸਭ, ਪਰ ਉਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀ।
ਕਿਸੇ ਕਿਸੇ ਘਰ ਹੀ ਟੈਲੀਫੋਨ ਲੱਗਾ ਹੁੰਦਾ ਸੀ। ਰੀਤ ਕਿਸੇ ਘਰ ਫੋਨ ਲਾ ਗੱਲ ਕਰਦੀ ਵੀ ਕਿਵੇਂ। ਰੀਤ ਦੀ ਸੱਸ ਚੱਤੋ ਪਹਿਰ ਰੀਤ ਉੱਤੇ ਠਿਕਰੀ ਪੈਰਾ ਲਾਈ ਰੱਖਦੀ ਸੀ। ਰੀਤ ਦੀ ਮਾਂ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਮਿਲਣ ਵੀ ਨਹੀਂ ਜਾ ਸਕਦੀ ਸੀ। ਉਧਰੋਂ ਰੀਤ ਦਾ ਪਤੀ ਵੀ ਚੱਜ ਦਾ ਨਹੀਂ ਸੀ ਜੋ ਰੀਤ ਨੂੰ ਪੇਕੇ ਘਰ ਮਿਲਾ ਕੇ ਲੈ ਆਂਦਾ। ਮਜਬੂਰੀ ਵਿੱਚ ਫਸੀ ਰੀਤ ਦਿਨ ਕੱਟੀ ਗਈ। ਜਦ ਵੀ ਰੀਤ ਨੂੰ ਭੂਆ ਦਾ ਧੋਖਾ ਯਾਦ ਆਉਂਦਾ ਤਾਂ ਰੀਤ ਦਾ ਖੂਨ ਖੌਲਦਾ ਰਹਿੰਦਾ। ਮਾਂ ਦੀਆਂ ਮਜਬੂਰੀਆਂ ਸਮਝਦੀ ਰੀਤ ਖੁਦ ਦੀ ਜ਼ਿੰਦਗੀ ਨੂੰ ਦਾਅ ਉੱਤੇ ਲਾ ਕੇ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ। ਰੀਤ ਜਦ ਕੋਈ ਕੰਮ ਕਰਦੀ ਜਾਂ ਸਫਾਈ ਕਰਦੀ, ਕਿਸੇ ਚੀਜ਼ ਨੂੰ ਹੱਥ ਲਗਾਉਂਦੀ ਤਾਂ ਰੀਤ ਦਾ ਪਤੀ ਹਰ ਚੀਜ਼ ਉੱਪਰ ਆਪਣਾ ਹੱਕ ਸਮਝਦਾ ਹੋਇਆ ਬੱਚਿਆਂ ਵਾਂਗ ਰੀਤ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ। ਹੌਲੀ ਹੌਲੀ ਰੀਤ ਸਭ ਬਰਦਾਸ਼ਤ ਕਰਦੀ ਹੋਈ ਮਾਯੂਸ ਹੋ ਚੁੱਕੀ ਸੀ। ਰੀਤ ਦਾ ਸੋਨੇ ਵਾਂਗ ਮਗਦਾ ਰੂਪ ਕੁਝ ਮਹੀਨਿਆਂ ਵਿੱਚ ਹੀ ਫਿੱਕਾ ਪੈ ਗਿਆ ਸੀ। ਰੀਤ ਦਿਨੋਂ ਦਿਨ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਸੀ। ਇੱਕ ਰਾਤ ਰੀਤ ਕੰਮ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਸੁੱਤੀ ਹੀ ਸੀ ਕਿ ਕੁਝ ਸਮੇਂ ਬਾਅਦ ਪਤੀ ਨੂੰ ਘੁਟਨ ਮਹਿਸੂਸ ਹੋਈ। ਰੀਤ ਦੀਆਂ ਅੱਖਾਂ 'ਚੋਂ ਪਾਣੀ ਵਹਿ ਰਿਹਾ ਸੀ ਅਤੇ ਰੀਤ ਦਾ ਪਤੀ ਉਸਦੇ ਗਲ ਵਿੱਚ ਪਾਈ ਚੁੰਨੀ ਨੂੰ ਵੱਟ ਚਾੜ ਰਿਹਾ ਸੀ। ਰੀਤ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀ ਪਰ ਹਜੇ ਉਸਦੇ ਗਲੇ 'ਚੋਂ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਰੀਤ ਨੂੰ ਕੋਲ ਹੀ ਮੇਜ਼ ਉੱਪਰ ਪਿਆ ਪਾਣੀ ਵਾਲਾ ਜੱਗ ਦਿਖਾਈ ਦਿੰਦਾ। ਰੀਤ ਹੱਥ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੰਦੀ, ਜਿਸ ਦਾ ਖੜਕਾ ਸੁਣ ਰੀਤ ਦੀ ਸੱਸ ਉਹਨਾਂ ਦੇ ਕਮਰੇ ਵਿੱਚ ਆਉਂਦੀ ਅਤੇ ਰੀਤ ਨੂੰ ਛੁਡਾਉਂਦੀ। ਰੀਤ ਸਮਝ ਚੁੱਕੀ ਸੀ ਕਿ ਇਸ ਇਨਸਾਨ ਨਾਲ ਰਹਿਣਾ ਹੁਣ ਉਸਦੇ ਵੱਸ ਦੀ ਗੱਲ ਨਹੀਂ। ਰੀਤ ਸਵੇਰੇ ਹੁੰਦੇ ਹੀ ਆਪਣਾ ਸਮਾਨ ਲੈ ਕੇ ਘਰ ਛੱਡ ਆਈ। ਸੱਸ ਬਹੁਤ ਰੋਕਣ ਦੀ ਕੋਸ਼ਿਸ਼ ਕਰਦੀ ਪਰ ਰੀਤ ਦੀ ਹਿੰਮਤ ਜਵਾਬ ਦੇ ਚੁੱਕੀ ਸੀ। ਰੀਤ ਪੇਕੇ ਘਰ ਪਹੁੰਚ ਮਾਂ ਨੂੰ ਕਲਾਵੇ ਵਿੱਚ ਲੈ ਰੋਂਦੀ, ਫਿਰ ਮਾਂ ਨੂੰ ਸਾਰੀ ਹੱਡਬੀਤੀ ਸੁਣਾਉਂਦੀ ਹੈ। ਮਾਂ ਦਾ ਦਿਲ ਕੰਬ ਜਾਂਦਾ ਹੈ। ਮਾਂ ਖੁਦ ਨੂੰ ਲਾਹਨਤਾਂ ਪਾਉਂਦੀ ਕਹਿੰਦੀ, ਪੁੱਤ ਹਾਲਾਤਾਂ ਹੱਥੋਂ ਮਜਬੂਰ ਹੋਈ ਮੈਂ ਤੇਰੀ ਭੂਆ ਉੱਤੇ ਵਿਸ਼ਵਾਸ ਕਰ ਬੈਠੀ। ਪੁੱਤ ਮਾਫ਼ ਕਰ ਦੇ ਮੈਨੂੰ। ਕੁਝ ਦਿਨ ਗੁਜ਼ਰੇ ਤਾਂ ਭੂਆ ਪੰਚਾਇਤ ਲੈ ਕੇ ਰਾਜ਼ੀਨਾਮਾ ਕਰਵਾਉਣ ਆ ਜਾਂਦੀ। ਜਦ ਪੰਚਾਇਤ ਰੀਤ ਨੂੰ ਸਹੁਰੇ ਘਰ ਜਾਣ ਲਈ ਕਹਿੰਦੀ ਤਾਂ ਰੀਤ ਅੰਦਰ ਦੱਬਿਆ ਹੋਇਆ ਗੁੱਸਾ ਭਾਂਬੜ ਬਣ ਉੱਠਦਾ। ਚੁੱਪ ਰਹਿਣ ਵਾਲੀ ਰੀਤ ਸਾਫ਼ ਹੀ ਕਹਿ ਦਿੰਦੀ ਕਿ ਤੁਸੀਂ ਵੱਡੇ ਹੋ, ਤੁਹਾਡਾ ਨਿਰਾਦਰ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ, ਪਰ ਮੈਨੂੰ ਤਲਾਕ ਚਾਹੀਦਾ ਹੈ। ਮੈਂ ਉਸ ਘਰ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਜਿੱਥੇ ਮੇਰੀ ਜ਼ਿੰਦਗੀ ਦਾ 2 ਪਲ ਦਾ ਵੀ ਭਰੋਸਾ ਨਹੀਂ। ਭੂਆ ਰੀਤ ਨੂੰ ਸਮਝਾਉਣ ਲਈ ਬੋਲਣ ਲੱਗਦੀ ਤਾਂ ਰੀਤ ਭੂਆ ਨੂੰ ਕਹਿੰਦੀ, ਸਭ ਕੁਝ ਤੁਹਾਡਾ ਹੀ ਕੀਤਾ ਹੋਇਆ ਏ। ਤੁਸੀਂ ਚੰਦ ਛਿੱਲੜਾਂ ਅਤੇ ਸੋਨੇ ਦੇ ਕੰਗਣਾਂ ਪਿੱਛੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ। ਰੀਤ ਦੀਆਂ ਖਰੀਆਂ ਸੁਣ ਭੂਆ ਨੂੰ ਸੱਤੀ ਕੱਪੜੇ ਅੱਗ ਲੱਗ ਜਾਂਦੀ ਹੈ ਤਾਂ ਭੂਆ ਕਹਿੰਦੀ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹੁਣ ਰੀਤ ਦੀ ਮਾਂ ਜਵਾਬ ਦਿੰਦੀ ਕਿ ਕੀ ਕਰੀਏ ਇਹਨਾਂ ਤਿਲਾਂ ਦਾ ਜਿਨ੍ਹਾਂ ਵਿੱਚ ਤੇਲ ਹੀ ਨਹੀਂ। ਰੀਤ ਜਦ ਆਪਣੀ ਮਾਂ ਨਾਲ ਕੋਈ ਦੁੱਖੀ ਸੁੱਖ ਦੀ ਗੱਲ ਨਹੀਂ ਕਰ ਸਕਦੀ, ਉਹ ਇਹਦੇ ਦੁੱਖ ਦਰਦ ਨਹੀਂ ਸਮਝ ਸਕਦਾ, ਉੱਥੇ ਅਸੀਂ ਪੈਸੇ ਨੂੰ ਕੀ ਅੱਗ ਲਾਉਣੀ ਏ। ਗੱਲ ਨਾ ਬਣਦੀ ਦੇਖ ਪੰਚਾਇਤ ਚਲੀ ਜਾਂਦੀ। ਪਿੱਛੇ ਹੀ ਭੂਆ ਵੀ ਬੁੜਬੁੜ ਕਰਦੀ ਚਲੇ ਜਾਂਦੀ। ਕੁਝ ਮਹੀਨਿਆਂ ਬਾਅਦ ਰੀਤ ਦਾ ਤਲਾਕ ਹੋ ਜਾਂਦਾ ਹੈ। ਫਿਰ ਰੀਤ ਦੀ ਮਾਂ ਵਧੀਆ ਮੁੰਡਾ ਦੇਖ ਰੀਤ ਦਾ ਵਿਆਹ ਕਿਤੇ ਹੋਰ ਕਰ ਦਿੰਦੀ ਹੈ ਜਿੱਥੇ ਰੀਤ ਸੁਖੀ ਵਸਦੀ ਹੈ। ਪਰ ਹੁਣ ਦੋਹਾਂ ਮਾਵਾਂ ਧੀਆਂ ਨੇ ਚਲਾਕ ਲੂੰਬੜੀ ਵਾਂਗ ਮੋਮੋ ਠਗਣੀਆਂ ਮਾਰਨ ਵਾਲੇ ਰਿਸ਼ਤਿਆਂ ਤੋਂ ਇਨਕਾਰ ਕਰ ਲਿਆ ਸੀ।